ਕਾਰਜਕਾਰੀ ਤਾਂ ਉਹਨਾਂ ਦੀ ਕੋਈ ਹੈ ਹੀ ਨਹੀਂ ਕਿਉਂਕਿ ਪਿਛਲੇ 5 ਸਾਲ ਉਹ ਟੋਟਲੀ ਐਬਸੈਂਟ ਰਹੀ ਹੈ। ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਨਹੀਂ ਸੀਗੀ ਤਾਂ ਕਰਕੇ ਜਿਹੜਾ ਹੈ ਸਾਨੂੰ ਫੰਡਸ ਨਹੀਂ ਮੁਹੱਈਆ ਕਰਾਏ ਜਾਂਦੇ ਸੀ, ਸਾਡੀ ਸੁਣੀ ਨਹੀਂ ਸੀ ਜਾਂਦੀ। ਇਹ ਇੱਕ ਬਹਾਨਾ ਹੈ ਕਿ ਸਾਡੀ ਸਰਕਾਰ ਨਹੀਂ, ਇਹ ਤਾਂ ਪੈਸਾ 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 ਕਰੀ ਜਾਂਦੇ ਆ। ਜੇ ਗੱਲ ਵਿਕਾਸ ਦੀ ਕਰੀਏ ਉਹ ਵੀ ਪੈਸਾ ਕਿ ਇਹਨਾਂ ਨੇ ਉਹਦੇ ਚੋਂ ਹਿੱਸੇ ਲੈਣੇ ਸੀ। ਜਿਵੇਂ ਕਿ ਰਿਫਾਈਨਰੀ 'ਚ ਹੁਣ ਆਪਦਾ ਬਿਜ਼ਨਸ ਸ਼ੁਰੂ ਕਰ ਰੱਖਿਆ, ਉੱਥੇ ਆਪਦੇ ਫਾਦਰ ਨੂੰ ਆਪਦੇ ਬ੍ਰਦਰ ਨੂੰ ਬਿਠਾ ਕੇ ਇਹਨਾਂ ਨੇ ਫੋਕਸ ਰੱਖਿਆ ਪੈਸੇ ਬਣਾਉਣ ਦਾ। ਜਟਾਣੇ ਨੇ ਵੀ ਜਿਹੜਾ ਇੱਥੇ ਕਾਂਗਰਸ ਦਾ ਹੈਗਾ ਉਹਨੇ ਵੀ ਇਹੀ ਫੋਕਸ ਰੱਖਿਆ ਕਿ ਬਿਜ਼ਨਸ ਬਣਾ ਲਿਆ ਪੋਲਿਟਿਕਸ ਨੂੰ। ਇਸ ਐਮਐਲਏ ਨੇ ਇੱਕ ਵਾਰ ਵੀ ਗੱਲ ਕੀਤੀ ਕਿ ਜੋ ਚਿੱਟੇ ਦਾ ਨਸ਼ਾ ਹਲਕਾ ਤਲਵੰਡੀ ਸਾਬੋ 'ਚ ਗਲੀ ਗਲੀ ਘਰ ਘਰ ਹੁਣ ਵਿਕਣਾ ਸ਼ੁਰੂ ਹੋ ਗਿਆ ਤੇ ਇਹਦਾ ਕੌਣ ਜ਼ਿੰਮੇਵਾਰ ਹੈ? ਕਦੇ ਇੱਕ ਵਾਰ ਵਿਧਾਨ ਸਭਾ 'ਚ ਉੱਠ ਕੇ ਇਹਨੇ ਸਵਾਲ ਪੁੱਛਿਆ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਸੀ ਕਿ 4 ਹਫ਼ਤਿਆਂ 'ਚ ਅਸੀਂ ਨਸ਼ਾ ਬੰਦ ਕਰ ਦਿਆਂਗੇ ਤੇ ਹੁਣ ਇੰਨਾ ਸਮਾਂ ਹੋ ਗਿਆ, ਤੁਸੀਂ ਉਹਦਾ ਕੀ ਸਟੈਪਸ ਚੱਕੇ ਜਾ ਰਹੇ ਹੈ? ਨਹੀਂ ਗੱਲ ਕੀਤੀ। ਕੱਲ੍ਹ ਹੀ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਪੰਜਾਬ ਨੂੰ ਇਮਾਨਦਾਰ ਸਰਕਾਰ ਦੀ ਲੋੜ ਹੈ, ਤਾਂ ਇਹਦੇ ਤੇ ਕੀ ਕਹਿਣਾ ਚਾਹੋਗੇ? ਸਰਕਾਰਾਂ ਸਾਰੀਆਂ ਇਮਾਨਦਾਰ ਹੁੰਦੀਆਂ, ਲੋਕੀ ਬੇਈਮਾਨ ਹੁੰਦੇ ਆ ਤੇ ਕਰਪਟ ਹੁੰਦੇ ਆ। ਸਰਕਾਰ ਨੂੰ ਦੋਸ਼ ਨਹੀਂ ਕੋਈ ਦੇ ਸਕਦਾ ਹੁੰਦਾ। ਹਾਸੀ ਦੀ ਗੱਲ ਤੇ ਦੁੱਖ ਦੀ ਗੱਲ ਇਹ ਹੈ ਕਿ ਸਾਰੇ ਪੰਜਾਬ 'ਚੋਂ ਆਮ ਆਦਮੀ ਪਾਰਟੀ ਨੂੰ ਇੱਕ ਸ਼ਰਾਬੀ ਚਿਹਰਾ ਲੱਭਿਆ। ਜਿਹੜੇ ਕਾਂਗਰਸ ਨੇ ਇਹ ਮੇਲੇ ਲਾਏ, ਇਹ ਤਾਂ ਕੋਈ ਮੇਲੇ ਨਹੀਂ ਸੀ, ਇਹ ਤਾਂ ਹਰ ਇੰਜੀਨੀਅਰਿੰਗ ਕਾਲਜ, ਹਰ ਪ੍ਰੋਫੈਸ਼ਨਲ ਕਾਲਜ ਹਰ ਸਾਲ ਇੰਡਸਟਰੀ ਨੂੰ ਇਨਵਾਈਟ ਕਰਦਾ। ਹੂ ਇਜ਼ ਕੇਜਰੀਵਾਲ ਫॉर ਪੰਜਾਬ? ਹੂ ਇਜ਼ ਕੇਜਰੀਵਾਲ ਫॉर ਪੰਜਾਬ? ਉਹ ਕੌਣ ਹੈ ਜਿਹੜਾ ਇੱਥੇ ਆ ਕੇ ਪੰਜਾਬੀਆਂ ਨੂੰ ਕਹਿੰਦਾ ਕਿ ਮੈਂ ਗਰੰਟੀ ਦਊਂਗਾ? ਗਰੰਟੀ ਇੱਥੇ ਚੱਲ ਸਕਦੀ ਹੈ ਜੀਤ ਮਹਿੰਦਰ ਦੀ, ਗਰੰਟੀ ਇੱਥੇ ਚੱਲ ਸਕਦੀ ਹੈ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ, ਗਰੰਟੀ ਇੱਥੇ ਚੱਲ ਸਕਦੀ ਹੈ ਚੰਨੀ ਦੀ, ਗਰੰਟੀ ਇੱਥੇ ਚੱਲ ਸਕਦੀ ਹੈ ਸਿੱਧੂ ਦੀ। ਅਸੀਂ ਪੰਜਾਬ ਦੇ ਵਾਸੀ ਹਾਂ। ਕਾਂਗਰਸ ਦਾ ਝੂਠ 2017 ਵਿੱਚ ਜੋ ਵਾਅਦੇ ਕੀਤੇ ਸੀ ਉਹਨਾਂ 'ਚੋਂ ਇੱਕ ਪੂਰਾ ਨਹੀਂ ਹੋਇਆ। ਆਮ ਆਦਮੀ ਪਾਰਟੀ ਦਾ ਗੱਪ ਜਿਹੜਾ ਹੈ ਉਹ ਦਿੱਲੀ ਤੋਂ ਚੱਲਦਾ, ਇੱਥੇ ਆਉਂਦਾ ਆਉਂਦਾ ਵੱਡਾ ਹੋ ਜਾਂਦਾ, ਵਾਪਸ ਜਾਂਦਾ ਜਾਂਦਾ ਖਤਮ ਹੋ ਜਾਂਦਾ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਜੇਕਰ ਗੱਲ ਕਰ ਲਈਏ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ, ਤਾਂ ਇੱਥੇ ਵੀ ਜਿਹੜਾ ਮੁਕਾਬਲਾ ਹੈ ਤਕੜਾ ਦੇਖਣ ਨੂੰ ਮਿਲ ਰਿਹਾ ਹੈ। ਸਾਡੇ ਨਾਲ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਜੀ ਮੌਜੂਦ ਨੇ। ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਸਰ, ਤੁਸੀਂ ਪਹਿਲਾਂ ਵੀ 4 ਵਾਰ ਐਮਐਲਏ ਰਹਿ ਚੁੱਕੇ ਹੋ ਅਤੇ ਤਲਵੰਡੀ ਸਾਬੋ ਦੀ ਨਬਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਕੀ ਕਹਿੰਦੀ ਹੈ ਇਸ ਵਾਰ ਤਲਵੰਡੀ ਸਾਬੋ ਦੀ ਨਬਜ਼? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਆਪਦੇ ਕੰਨਿਓ ਸਤਿ ਸ਼੍ਰੀ ਅਕਾਲ। ਤੇ ਮੈਂ ਇਹ ਕਹਿ ਸਕਦਾ ਕਿ ਮੈਂ ਇਸ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਸਾਂਝਾ ਉਮੀਦਵਾਰ ਹਾਂ ਤੇ ਬਹੁਤ ਅੱਛੀ ਪੋਜੀਸ਼ਨ ਹੈ। ਲੋਕਾਂ ਦਾ ਬਹੁਤ ਅੱਛਾ ਸਾਥ ਮੈਨੂੰ ਮਿਲ ਰਿਹਾ ਹੈ ਤੇ ਭਰੋਸਾ ਵੀ ਮਿਲ ਰਿਹਾ ਹੈ ਕਿ ਇਸ ਵਾਰ ਜ਼ਰੂਰ ਮੈਨੂੰ ਵੋਟਾਂ ਪਾ ਕੇ ਤੇ ਵੱਡੀ ਜਿੱਤ ਪ੍ਰਾਪਤ ਕਰਵਾਉਣਗੇ। ਆਪਣਾ ਤੁਸੀਂ ਮੇਨ ਕੰਪੀਟੀਟਰ ਕਿਸ ਨੂੰ ਮੰਨਦੇ ਹੋ? ਬਲਜਿੰਦਰ ਕੌਰ ਨੂੰ ਜਾਂ ਫਿਰ ਖੁਸ਼ਬਾਜ਼ ਜਟਾਣਾ ਨੂੰ, ਰਵੀਪ੍ਰੀਤ ਸਿੱਧੂ ਨੂੰ? ਹਰਮਿੰਦਰ ਸਿੰਘ ਜੱਸੀ ਜੀ ਨੇ ਵੀ ਕਰ ਦਿੱਤਾ ਅਨਾਉਂਸ ਕਿ ਇੰਡੀਪੈਂਡੈਂਟਲੀ ਉਹ ਇਲੈਕਸ਼ਨ ਲੜਨਗੇ ਅਤੇ ਡੇਰੇ ਦੇ ਨਾਲ ਐਸੋਸੀਏਟਡ ਨੇ। ਕੀ ਲੱਗਦਾ ਤੁਹਾਨੂੰ? ਦੇਖੋ ਜੀ, ਮੈਂ ਹਮੇਸ਼ਾ ਹੀ ਇਸ ਵਿਊ ਦਾ ਹਾਂ ਕਿ ਜਿਹੜਾ ਇਲੈਕਸ਼ਨ ਹੁੰਦਾ ਹੈ, ਜਿੰਨੇ ਵੀ ਕੈਂਡੀਡੇਟ ਖੜੇ ਹੁੰਦੇ ਨੇ ਉਹ ਸਾਰਿਆਂ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ। ਇਹ ਨਹੀਂ ਹੁੰਦਾ ਕਿ ਇੱਕ ਨਾਲ ਜਾਂ ਦੋ ਨਾਲ, ਕਿਉਂਕਿ ਇਲੈਕਸ਼ਨ ਹੈ, ਲੋਕਾਂ ਨੇ ਫਤਵਾ ਦੇਣਾ ਹੈ। ਗੱਲ ਇਹ ਹੈ ਕਿ ਤੁਹਾਡੀ ਕੀ ਪੋਜੀਸ਼ਨ ਹੈ ਤੇ ਤੁਹਾਡੇ ਨਾਲ ਕਿਵੇਂ ਲੋਕ ਜੁੜ ਰਹੇ ਨੇ ਤੇ ਲੋਕੀ ਤੁਹਾਨੂੰ ਸਮਰਥਨ ਦੇ ਰਹੇ ਨੇ। ਸੋ ਮੈਂ ਸਮਝਦਾ ਕਿ ਅੱਜ ਸਾਡੀ ਪੋਜੀਸ਼ਨ ਬਹੁਤ ਅੱਛੀ ਹੈ ਤੇ ਅਸੀਂ ਅੱਜ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਸਾਰਿਆਂ ਤੋਂ ਅੱਗੇ ਚੱਲ ਕੇ ਇਹ ਸੀਟ ਅਸੀਂ ਜਿੱਤਾਂਗੇ। ਜੀ ਸਰ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪਹਿਲਾਂ ਉੱਥੋਂ ਲਗਾਤਾਰ 5 ਸਾਲ ਰਹੇ ਨੇ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ, ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਾਰਜਕਾਰੀ ਤਾਂ ਉਹਨਾਂ ਦੀ ਕੋਈ ਹੈ ਹੀ ਨਹੀਂ ਕਿਉਂਕਿ ਪਿਛਲੇ 5 ਸਾਲ ਉਹ ਟੋਟਲੀ ਐਬਸੈਂਟ ਰਹੀ ਹੈ ਤੇ ਕਿਸੇ ਦੇ ਉਹ ਨਾ ਖੁਸ਼ੀ ਚਾਹੀਏ ਨਾ ਗਮੀ ਚਾਹੀਏ। ਇੱਥੇ ਤੱਕ ਕਿ ਅੱਜ ਪਿੰਡਾਂ 'ਚ ਜਦੋਂ ਜਾਂਦੇ ਆ ਲੋਕੀ ਖੁਦ ਦੱਸਦੇ ਨੇ, ਖਾਸ ਕਰਕੇ ਬੀਬੀਆਂ ਦੱਸਦੀਆਂ ਨੇ ਕਿ ਉਹ ਤਾਂ ਪਿਛਲੇ 5 ਸਾਲ ਜਦੋਂ ਜਿੱਤ ਕੇ ਗਈ ਸੀ ਉਦੋਂ ਧੰਨਵਾਦੀ ਦੌਰਾ ਵੀ ਨਹੀਂ ਉਹਨੇ ਕੀਤਾ। ਸੋ ਕਾਫੀ ਵੱਡੀ ਡਿਸਅਪੁਆਇੰਟਮੈਂਟ ਤੇ ਨਿਰਾਸ਼ਤਾ ਹੈ ਬੀਬੀ ਬਲਜਿੰਦਰ ਕੌਰ ਨੂੰ ਲੈ ਕੇ ਤੇ ਲੋਕੀ 20 ਤਰੀਕ ਨੂੰ ਫਤਵਾ ਦੇ ਦੇਣਗੇ ਤੇ ਮੇਰਾ ਖਿਆਲ ਹੈ ਕਿ ਲੋਕੀ ਹੁਣ ਸਮਝ ਗਏ ਨੇ ਕਿ ਕਿਹੜੀ ਪਾਰਟੀ ਤੇ ਕਿਹੜਾ ਉਮੀਦਵਾਰ ਉਹਨਾਂ ਦੇ ਹੱਕ ਦਾ ਤੇ ਉਹਨਾਂ ਦਾ ਹਮਦਰਦ ਹੈ। ਪਰ ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਨਹੀਂ ਸੀਗੀ ਤਾਂ ਕਰਕੇ ਜਿਹੜਾ ਹੈ ਸਾਨੂੰ ਫੰਡਸ ਨਹੀਂ ਮੁਹੱਈਆ ਕਰਾਏ ਜਾਂਦੇ ਸੀ, ਸਾਡੀ ਸੁਣੀ ਨਹੀਂ ਸੀ ਜਾਂਦੀ।
ਐਮਐਲਏ ਦਾ ਇਕੱਲਾ ਕੰਮ ਫੰਡਸ ਲੈ ਕੇ ਆ ਕੇ ਤੇ ਡਿਵੈਲਪਮੈਂਟ ਨਹੀਂ ਹੁੰਦਾ। ਜਦੋਂ ਬੰਦਾ ਐਮਐਲਏ ਬਣਦਾ ਹੈ, ਉਦੋਂ ਹੋਰ ਵੀ ਲੋਕਾਂ ਦੇ ਬਹੁਤ ਕੰਮ ਹੁੰਦੇ ਨੇ। ਪੁਲਿਸ ਸਟੇਸ਼ਨ ਲੈਵਲ ਤੇ ਕੰਮ ਹੁੰਦੇ ਨੇ, ਐਸਡੀਐਮ ਲੈਵਲ ਤੇ ਕੰਮ ਹੁੰਦੇ ਨੇ, ਤਹਿਸੀਲਦਾਰ ਲੈਵਲ ਤੇ ਕੰਮ ਹੁੰਦੇ ਨੇ, ਡੀਸੀ ਲੈਵਲ, ਐਸਐਸਪੀ ਲੈਵਲ ਤੇ ਕੰਮ ਹੁੰਦੇ ਨੇ। ਤੁਸੀਂ ਨਹੀਂ ਕਰ ਸਕਦੇ, ਹਾਂ ਦਾ ਨਾਰਾ ਤਾਂ ਮਾਰ ਸਕਦੇ ਹੋ, ਜਦੋਂ ਤੁਸੀਂ ਆਏ ਨਹੀਂ, ਗਏ ਨਹੀਂ। ਮੈਨੂੰ ਬਲਜਿੰਦਰ ਕੌਰ ਪਿਛਲੇ 5 ਸਾਲ ਇੱਕ ਐਪਲੀਕੇਸ਼ਨ ਦਿਖਾ ਦੇ ਜਿਹੜੀ ਉਹਨੇ ਕਿਤੇ ਕੋਈ ਮਾਰਕ ਕੀਤੀ ਹੋਵੇ ਕਿ ਵੀ ਕੋਈ ਲੋੜਵੰਦ ਬੰਦਾ ਆਵੇ, ਇੱਕ ਪੈਨਸ਼ਨ ਲਵਾਈ ਹੋਵੇ। ਐਮਐਲਏ ਪੈਨਸ਼ਨ ਲਵਾ ਸਕਦਾ ਹੈ। ਮੈਂ ਐਮਐਲਏ ਰਿਹਾ ਇੱਕ ਵਾਰ ਨਹੀਂ 4 ਵਾਰ। ਮੈਨੂੰ ਪਤਾ ਹੈ ਕਿ ਐਮਐਲਏ ਕੀ ਕਰ ਸਕਦਾ ਹੈ। ਓਪੋਜੀਸ਼ਨ 'ਚ ਹੀ ਰਿਹਾ, ਓਪੋਜੀਸ਼ਨ 'ਚ ਹੀ ਜਿੱਤਿਆ। ਤੇ ਇਸ ਕਰਕੇ ਇਹ ਇੱਕ ਬਹਾਨਾ ਹੈ ਕਿ ਸਾਡੀ ਸਰਕਾਰ ਨਹੀਂ, ਇਹ ਤਾਂ ਪੈਸਾ 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 ਕਰੀ ਜਾਂਦੇ ਆ। ਜੇ ਗੱਲ ਵਿਕਾਸ ਦੀ ਕਰੀਏ, ਉਹ ਵੀ ਪੈਸਾ ਕਿ ਇਹਨਾਂ ਨੇ ਉਹਦੇ 'ਚੋਂ ਹਿੱਸੇ ਲੈਣੇ ਸੀ। ਜਿਵੇਂ ਕਿ ਰਿਫਾਈਨਰੀ 'ਚ ਹੁਣ ਆਪਦਾ ਬਿਜ਼ਨਸ ਸ਼ੁਰੂ ਕਰ ਰੱਖਿਆ, ਉੱਥੇ ਆਪਦੇ ਫਾਦਰ ਨੂੰ, ਆਪਦੇ ਬ੍ਰਦਰ ਨੂੰ ਬਿਠਾ ਕੇ ਲੋਕਲ ਬੱਚੇ ਜਿਹੜੇ ਉੱਥੇ ਕੰਮ ਕਰ ਰਹੇ ਸੀਗੇ ਵੱਖ-ਵੱਖ ਪਿੰਡਾਂ ਦੇ, ਉਹਨਾਂ ਦਾ ਕੰਮ ਖੋਹ ਕੇ ਆਪ ਪਰਿਵਾਰ ਨੇ ਕੰਮ ਲੈ ਲਿਆ। ਉੱਥੇ ਲੱਖਾਂ ਰੁਪਏ ਰੋਜ਼ ਦਾ ਇਕੱਠਾ ਕਰਕੇ ਆਪਦੇ ਪਿੰਡ ਘਰ ਲੈ ਕੇ ਜਾਂਦੇ ਨੇ। ਸੋ ਇਹਨਾਂ ਨੂੰ ਸਿਰਫ ਇਹ ਲੱਗਦਾ ਹੈ ਕਿ ਐਮਐਲਏ ਦਾ ਕੰਮ ਵਿਕਾਸ ਕਰਨਾ। ਨਹੀਂ, ਐਮਐਲਏ ਦਾ ਕੰਮ ਇਕੱਲਾ ਵਿਕਾਸ ਉਹ ਇੱਕ ਪਾਰਟ ਹੈ ਐਮਐਲਏ ਦਾ। ਹੋਰ ਬਹੁਤ ਇਹੋ ਜਿਹੀਆਂ ਜ਼ਿੰਮੇਵਾਰੀਆਂ ਨੇ। ਵਿਧਾਨ ਸਭਾ 'ਚ ਕਿੰਨੀ ਵਾਰੀ ਐਮਐਲਏ ਨੇ ਗੱਲ ਕੀਤੀ ਹੈ, ਹਲਕੇ ਦੀ ਗੱਲ ਕੀਤੀ ਹੈ, ਡਰੱਗਸ ਦੀ। ਮੈਨੂੰ ਇਹ ਦੱਸ ਦਿਓ ਕਿ ਪਿਛਲੇ 5 ਸਾਲ ਇਸ ਐਮਐਲਏ ਨੇ ਇੱਕ ਵਾਰ ਵੀ ਗੱਲ ਕੀਤੀ ਕਿ ਜੋ ਚਿੱਟੇ ਦਾ ਨਸ਼ਾ ਹਲਕਾ ਤਲਵੰਡੀ ਸਾਬੋ 'ਚ ਗਲੀ ਗਲੀ ਘਰ ਘਰ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ, ਤੇ ਇਹਦਾ ਕੌਣ ਜ਼ਿੰਮੇਵਾਰ ਹੈ? ਕਦੇ ਇੱਕ ਵਾਰ ਵਿਧਾਨ ਸਭਾ 'ਚ ਉੱਠ ਕੇ ਇਹਨੇ ਸਵਾਲ ਪੁੱਛਿਆ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਸੀ ਕਿ 4 ਹਫ਼ਤਿਆਂ 'ਚ ਅਸੀਂ ਨਸ਼ਾ ਬੰਦ ਕਰ ਦਿਆਂਗੇ ਤੇ ਹੁਣ ਇੰਨਾ ਸਮਾਂ ਹੋ ਗਿਆ, ਤੁਸੀਂ ਉਹਦਾ ਕੀ ਸਟੈਪਸ ਚੱਕੇ ਜਾ ਰਹੇ ਹੈ? ਨਹੀਂ ਗੱਲ ਕੀਤੀ, ਕਿਉਂਕਿ ਇਹਨਾਂ ਦਾ ਫੋਕਸ ਇਹੀ ਸੀ ਕਿ ਅਸੀਂ ਐਮਐਲਏ ਬਣ ਗਏ ਹਾਂ। ਇਨਕਲਾਬ ਦੇ ਨਾਅਰੇ ਲਾ ਕੇ ਝੂਠੇ ਲੋਕਾਂ ਨੂੰ ਗੁੰਮਰਾਹ ਕਰਕੇ, ਜਜ਼ਬਾਤੀ ਕਰਕੇ ਇੱਕ ਵਾਰ ਲੈ ਕੇ ਫਿਰ ਇਹ ਬਿਲਕੁਲ ਹਲਕਾ ਤਲਵੰਡੀ ਸਾਬੋ ਦੇ ਲੋਕਾਂ ਨੂੰ ਭੁੱਲ ਗਏ ਨੇ, ਲੋਕਾਂ ਦੇ ਕੰਮਾਂ ਨੂੰ ਭੁੱਲ ਗਏ ਨੇ। ਤੇ ਜਿਹੜੇ ਮੇਨ ਇਸ਼ੂਜ਼, ਪਾਣੀ ਦਾ ਇਸ਼ੂ ਵੱਡਾ ਸੀ ਸਾਡੇ, ਚਿੱਟੇ ਦਾ ਇਸ਼ੂ ਵੱਡਾ ਸੀ ਸਾਡੇ, ਹੋਰ ਬਹੁਤ ਇਹੋ ਜਿਹੇ ਇਸ਼ੂਜ਼ ਨੇ ਜਿਹੜੇ ਕੋਈ ਸਕੂਲ ਅਪਗ੍ਰੇਡ ਕਰਨ ਵਾਸਤੇ ਕੋਈ ਚਿੱਠੀ ਲਿਖਤੀ ਹੋਵੇ ਐਜੂਕੇਸ਼ਨ ਮਿਨਿਸਟਰ ਨੂੰ ਕਿ ਵੀ ਮੇਰੇ 10 ਸਕੂਲ ਨੇ, ਉਹ 8ਵੀਂ ਤੋਂ 10ਵੀਂ ਕਰ ਦਿਓ। ਆਫਟਰ ਆਲ ਇਹਨੂੰ ਖਿਆਲ ਰੱਖਣਾ ਚਾਹੀਦਾ ਸੀ ਬੱਚਿਆਂ ਦਾ, ਕਿਉਂਕਿ ਬਹੁਤ ਵੱਡੀ ਪ੍ਰੋਬਲਮ ਹੈ ਪਿੰਡਾਂ ਵਿੱਚ। ਜਿੱਥੇ 5ਵੀਂ ਦਾ ਸਕੂਲ ਹੈ ਉੱਥੇ ਬੱਚੀ 5ਵੀਂ ਤੱਕ ਹੀ ਪੜ੍ਹ ਲੈਂਦੀ ਹੈ। ਜਿੱਥੇ 10ਵੀਂ ਦਾ ਸਕੂਲ ਹੈ 10ਵੀਂ ਤੋਂ ਬਾਅਦ ਬੱਚੇ ਨੂੰ ਹਟਾ ਲੈਂਦੇ ਨੇ, ਬੇਸ਼ੱਕ ਇੰਟੈਲੀਜੈਂਟ ਹੋਵੇ। ਕਿਉਂ? ਉਹ ਦੂਜੇ ਸਕੂਲ ਬਾਹਰਲੇ ਪਿੰਡਾਂ 'ਚ ਨਹੀਂ ਭੇਜਣਾ ਚਾਹੁੰਦੇ। ਸਮਾਜਿਕ ਤੌਰ 'ਤੇ ਲੋਕਾਂ ਨੂੰ ਹੁਣ ਡਰ ਬੈਠਿਆ ਹੋਇਆ ਹੈ ਕਿ ਸਾਡੀਆਂ ਬੱਚੀਆਂ ਬਾਹਰ ਜਾਣਗੀਆਂ, ਇਨਸਿਕਿਉਰ ਰਹਿਣਗੀਆਂ। ਸੋ ਇਸ ਕਰਕੇ ਜ਼ਰੂਰਤ ਸੀ ਇਹਨੂੰ ਕਿ ਆਪਦੀ ਉਹ ਬੱਚੀਆਂ ਦਾ ਐਮਐਲਏ ਬਣੀ ਸੀ, ਮੌਕਾ ਮਿਲਿਆ ਸੀ ਕਿ ਬੱਚੀਆਂ ਦਾ ਖਿਆਲ ਰੱਖਦੀ। ਚਲੋ ਪ੍ਰੋਫੈਸਰ ਤਾਂ ਉਹ ਹੈ ਨਹੀਂ ਗੀ ਜੀ, ਸ਼ੀ ਇਜ਼ ਨਾਟ ਅ ਪ੍ਰੋਫੈਸਰ। ਪਲੀਜ਼ ਯੂ ਆਸਕ ਹਰ and clarify it once and for all. What is she says that she is MPhil and she had worked in Mata Fatehgarh Sahib. That is okay, but what is a professor? Ask her the meaning of professor. I ਤਾਂ RMP ਆਪਣੇ ਆਪ ਨੂੰ ਡਾਕਟਰ ਵੀ ਲਿਖਦੇ ਨੇ, ਕਹਿੰਦੇ ਰਾਈਟ ਡਾਕਟਰ। ਸੋ ਇਹ ਗੁੰਮਰਾਹ, ਇਹ ਸਾਰੀਆਂ ਗੱਲਾਂ, ਪ੍ਰੋਫੈਸਰਸ਼ਿਪ, ਠੀਕ ਹੈ ਨਾ, ਫੈਲੋਸ਼ਿਪ, ਪ੍ਰੋਫੈਸਰਸ਼ਿਪ, ਡਾਕਟਰਸ਼ਿਪ, these are certain titles given. You mean that she is lying? You go ask her. I feel that she is not. She always says that I am a professor. RMP doctor always says I am a RMP doctor. Ayurvedic dentist says I am a doctor. Dentists are not doctors, they are dentists. Doctor is MBBS. So there are certain things ਬੰਦਿਆਂ ਨੂੰ ਜਾਣਨ ਦੀ ਲੋੜ ਹੁੰਦੀ ਹੈ। ਇਹ ਆਸਕ ਕਰ ਕੁਐਸਚਨ, ਪੁੱਛੋ ਉਹਨੂੰ ਕੁਐਸਚਨ ਕਿ ਵੀ ਪ੍ਰੋਫੈਸਰ ਹੈ, ਪ੍ਰੋਫੈਸਰ ਹੁੰਦਾ ਕੀ ਹੈ। She was a teacher in some college or whatever, I don't know. Let's not get, ਆਪਾਂ ਉਹਦੇ 'ਚ ਨਾ ਜਾਈਏ। ਪਰ ਗੱਲ ਇਹ ਹੈ ਕਿ ਇੱਕ ਲੇਡੀ ਐਮਐਲਏ ਹੋਣ ਦੇ ਨਾਤੇ ਇੱਕ ਸਕੂਲ 12ਵੀਂ ਤੱਕ ਹੀ ਕਰਵਾ ਦਿੰਦੀ ਕਿ ਮੇਰੀਆਂ ਇੱਥੇ ਬੱਚੀਆਂ ਬਾਹਰ ਨਾ ਜਾਂਦੀਆਂ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਹਨਾਂ ਨੇ ਫੋਕਸ ਰੱਖਿਆ ਪੈਸੇ ਬਣਾਉਣ ਦਾ। ਜਟਾਣੇ ਨੇ ਵੀ, ਜਿਹੜਾ ਇੱਥੇ ਕਾਂਗਰਸ ਦਾ ਹੈਗਾ, ਉਹਨੇ ਵੀ ਇਹੀ ਫੋਕਸ ਰੱਖਿਆ ਕਿ ਬਿਜ਼ਨਸ ਬਣਾ ਲਿਆ ਪੋਲੀਟਿਕਸ ਨੂੰ, ਤੇ ਤਾਂ ਹੀ ਹਲਕਾ ਸਫ਼ਰ ਕੀਤਾ। ਤੇ ਮੈਂ ਸਮਝਦਾ ਕਿ ਲੋਕੀ ਹੁਣ ਇਸ ਚੀਜ਼ ਅੱਗੇ ਆ ਰਹੀਆਂ ਨੇ ਇਹ ਗੱਲਾਂ, ਤੇ ਇਹ ਸਾਰਾ ਕੁਝ 20 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ ਉਦੋਂ ਜਾਗਰੂਕ ਹੋ ਜਾਏਗਾ। ਸਰ, ਆਮ ਆਦਮੀ ਪਾਰਟੀ ਦਾ ਕੀ ਫਿਊਚਰ ਦੇਖਦੇ ਹੋ ਤੁਸੀਂ ਪੰਜਾਬ ਦੇ ਵਿੱਚ? ਉਹਨਾਂ ਨੇ ਭਗਵੰਤ ਮਾਨ ਨੂੰ ਆਪਣਾ ਸੀਐਮ ਚਿਹਰਾ ਜਿਹੜਾ ਹੈਗਾ ਮਿੱਥਿਆ ਹੈਗਾ, ਤੇ ਕੱਲ੍ਹ ਹੀ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਪੰਜਾਬ ਨੂੰ ਇਮਾਨਦਾਰ ਸਰਕਾਰ ਦੀ ਲੋੜ ਹੈ, ਤਾਂ ਇਹਦੇ ਤੇ ਕੀ ਕਹਿਣਾ ਚਾਹੋਗੇ? ਸਰਕਾਰਾਂ ਸਾਰੀਆਂ ਇਮਾਨਦਾਰ ਹੁੰਦੀਆਂ ਜੀ, ਲੋਕੀ ਬੇਈਮਾਨ ਹੁੰਦੇ ਆ ਤੇ ਕਰਪਟ ਹੁੰਦੇ ਆ। ਸਰਕਾਰ ਨੂੰ ਦੋਸ਼ ਨਹੀਂ ਕੋਈ ਦੇ ਸਕਦਾ ਹੁੰਦਾ, ਇਹ ਗਲਤ। ਕੇਜਰੀਵਾਲ ਵਰਗਾ ਡਰਾਮੇਬਾਜ਼, ਕੇਜਰੀਵਾਲ ਵਰਗਾ ਝੂਠਾ ਬੰਦਾ
ਕੋਈ ਪੋਲੀਟੀਸ਼ੀਅਨ ਹਿੰਦੁਸਤਾਨ 'ਚ ਨਹੀਂ ਹੋ ਸਕਦਾ। ਦਿੱਲੀ 'ਚ ਕੁਛ ਗੱਲ ਕਰਦਾ ਹੈ, ਪੰਜਾਬ 'ਚ ਆ ਕੇ ਕੁਛ ਗੱਲ ਕਰਦਾ ਹੈ। ਅਤੇ ਹਾਸੀ ਦੀ ਗੱਲ ਅਤੇ ਦੁੱਖ ਦੀ ਗੱਲ ਇਹ ਹੈ ਕਿ ਸਾਰੇ ਪੰਜਾਬ 'ਚੋਂ ਆਮ ਆਦਮੀ ਪਾਰਟੀ ਨੂੰ ਇੱਕ ਸ਼ਰਾਬੀ ਚਿਹਰਾ ਲੱਭਿਆ, ਜਿਹੜਾ ਕਿ ਇਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀ ਇੱਕ ਇੰਪ੍ਰੈਸ਼ਨ ਭੇਜਿਆ ਆਮ ਆਦਮੀ ਪਾਰਟੀ ਨੇ ਸਮੁੱਚੇ ਦੁਨੀਆ ਦੇ ਵਿੱਚ ਕਿ ਸਾਡੇ ਕੋਲੇ ਉਹ ਤਾਂ ਕਹਿੰਦੇ ਵੀ ਸ਼ਰਾਬ ਪੀਣਾ ਕੋਈ ਗਲਤ ਨਸ਼ਾ ਨਹੀਂ ਹੈ, ਕਹਿੰਦੇ ਚਿੱਟਾ ਤਾਂ ਨਹੀਂ ਕਰਦਾ, ਕੋਈ ਹੋਰ ਤਾਂ ਨਹੀਂ ਲਗਾਉਂਦਾ ਨਸ਼ਾ। ਬਸ ਇੰਨੀ ਕਸਰ ਰਹਿ ਗਈ ਸੀ ਹੁਣ ਕਿ ਸ਼ਰਾਬ ਪੀਣਾ ਕੁਛ ਨਹੀਂ। ਹੁਣ ਜੇ ਚਿੱਟਾ ਨਹੀਂ ਲਾਉਂਦਾ ਤਾਂ ਸਾਡਾ ਮੁੱਖ ਮੰਤਰੀ ਚਿਹਰਾ ਹੈ, ਉਹ ਮੈਂ ਸਮਝਦਾ ਇਹ ਕੋਈ ਐਕਸਪਲੇਨੇਸ਼ਨ ਨਹੀਂ ਹੈ। ਗੱਲ ਇਹ ਹੈ ਕਿ ਜੇ ਸ਼ਰਾਬ ਪੀਂਦਾ ਹੈ, ਪਰ ਸ਼ਰਾਬ ਪੀ ਕੇ ਕਿਸੇ ਦੇ ਪਾਰਲੀਮੈਂਟ ਦੇ ਸਾਥੀਆਂ ਨੂੰ ਪੁੱਛ ਲਓ, ਜਿਹੜੇ ਐਮਪੀਜ਼ ਨੇ, ਉਹ ਕਹਿੰਦੇ ਅਸੀਂ ਜੇ 3-4 ਸੀਟਾਂ ਦੂਰ ਇਸ ਤੋਂ ਬੈਠਦੇ ਸੀ ਕਿ ਹੀ ਇਜ਼ ਟੂ ਸਟਿੰਕ ਆਫ ਐਲਕੋਹਲ। ਗੁਰਦੁਆਰਾ ਸਾਹਿਬ ਆਇਆ ਮੱਥਾ ਟੇਕਣ ਤੱਕ ਦਮਦਮਾ ਸਾਹਿਬ ਤਲਵੰਡੀ ਸਾਬੋ, ਲੋਕਾਂ ਨੇ ਉੱਥੋਂ ਭਜਾਇਆ ਇਹਨੂੰ ਕਿਉਂਕਿ ਸ਼ਰਾਬ ਪੀ ਕੇ ਤੱਕ ਸਭ ਮੱਥਾ ਟੇਕਣ ਜਾ ਰਿਹਾ ਸੀ। ਇੱਕ ਇਹਦੀਆਂ ਵੀਡੀਓਜ਼ ਦੇਖੋ, ਕਿਸ ਮਤਲਬ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕਿਸੇ ਬਾਰੇ ਕਮੈਂਟ ਪਰਸਨਲੀ ਤੌਰ ਤੇ ਕਰਾਂ, ਪਰ ਜੋ ਸੋਸ਼ਲ ਮੀਡੀਆ ਤੇ ਆ ਰਿਹਾ ਹੈ, ਜੋ ਸੋਸ਼ਲ ਮੀਡੀਆ ਦੇ ਪਿੱਛੇ ਚੱਲ ਰਿਹਾ ਹੈ, ਮੈਂ ਉਸ ਤੇ ਆਪਣਾ ਓਪੀਨੀਅਨ ਫਿਕਸ ਕਰ ਰਿਹਾ ਕਿ ਦੇ ਸ਼ੁੱਡ ਹੈਵ ਚੋਜ਼ਨ ਅ ਬੈਟਰ ਫੇਸ ਫॉर ਚੀਫ ਮਿਨਿਸਟਰਸ਼ਿਪ ਕੈਂਡੀਡੇਟ ਐਜ਼ ਆਮ ਆਦਮੀ ਪਾਰਟੀ। ਬਟ ਕੇਜਰੀਵਾਲ ਜਿਹੜੀਆਂ ਗੱਲਾਂ ਕਰ ਰਿਹਾ ਹੈ, ਉਹ ਪੰਜਾਬ ਨੂੰ ਪਹਿਲਾਂ ਗੁੰਮਰਾਹ ਕੀਤਾ, ਹੁਣ ਫਿਰ ਗੁੰਮਰਾਹ ਕਰ ਰਿਹਾ ਹੈ। ਕਦੇ ਕਹਿ ਦਿੰਦਾ ਮੈਂ ਇੱਕ ਗਰੰਟੀ ਦਿੰਦਾ। ਇੰਟਰਸਟਿੰਗ ਗੱਲ ਇਹ ਹੈ ਕਿ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕੋਈ ਕੈਂਡੀਡੇਟ ਆਪਦੇ ਨਾਂ ਤੇ ਵੋਟ ਨਹੀਂ ਮੰਗ ਰਿਹਾ। ਵਾਏ ਕੈਪੇਬਲ ਨਹੀਂ ਹੈ। ਬਲਜਿੰਦਰ ਕੌਰ ਵੀ ਤੁਸੀਂ ਚਲੇ ਜਾਓ ਹਲਕੇ 'ਚ, ਇੱਕ ਮੌਕਾ ਕੇਜਰੀਵਾਲ ਨੂੰ, ਮੈਨੂੰ ਦੱਸੋ ਹੂ ਇਜ਼ ਕੇਜਰੀਵਾਲ ਫॉर ਪੰਜਾਬ, ਹੂ ਇਜ਼ ਕੇਜਰੀਵਾਲ ਫॉर ਪੰਜਾਬ? ਹੀ ਇਜ਼ ਵਨ ਆਫ ਦ ਮੈਨੀ ਚੀਫ ਮਿਨਿਸਟਰਸ ਇਨ ਇੰਡੀਆ 'ਚ। ਇੱਕ ਮੁੱਖ ਮੰਤਰੀ ਜਿਵੇਂ ਹੋਰ ਮੁੱਖ ਮੰਤਰੀ ਨੇ, ਅਤੇ ਉਹ ਕੌਣ ਹੈ ਜਿਹੜਾ ਇੱਥੇ ਆ ਕੇ ਪੰਜਾਬੀਆਂ ਨੂੰ ਕਹਿੰਦਾ ਕਿ ਮੈਂ ਗਰੰਟੀ ਦਊਂਗਾ? ਗਰੰਟੀ ਇੱਥੇ ਚੱਲ ਸਕਦੀ ਹੈ ਜੀਤ ਮਹਿੰਦਰ ਦੀ, ਗਰੰਟੀ ਇੱਥੇ ਚੱਲ ਸਕਦੀ ਹੈ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ, ਗਰੰਟੀ ਇੱਥੇ ਚੱਲ ਸਕਦੀ ਹੈ ਚੰਨੀ ਦੀ, ਗਰੰਟੀ ਇੱਥੇ ਚੱਲ ਸਕਦੀ ਹੈ ਸਿੱਧੂ ਦੀ। ਅਸੀਂ ਪੰਜਾਬ ਦੇ ਵਾਸੀ ਹਾਂ, ਸਾਡਾ ਖੂਨ ਪੰਜਾਬੀ ਹੈ, ਸਾਡੇ ਦਸਤਾਰ ਗੁਰੂਆਂ ਦੀ ਕੁਰਬਾਨੀ ਨਾਲ ਮਿਲੀ ਹੈ। ਅਤੇ ਇਹ ਕੌਣ ਹੁੰਦਾ ਕੇਜਰੀਵਾਲ ਆ ਕੇ ਇੱਥੇ ਸਾਨੂੰ ਸਲਾਹ ਦੇਣ ਵਾਸਤੇ, ਸਾਡੇ ਇੱਥੇ ਨੁਕਤਾਚੀਨੀ ਕਰਨ ਵਾਸਤੇ ਕਿ ਤੁਹਾਨੂੰ ਪੰਜਾਬ ਚਲਾਉਣਾ ਨਹੀਂ ਆਉਂਦਾ? ਪੰਜਾਬ ਚਲਾਇਆ ਕਿਹਨੇ ਹੈ? ਇਹ ਕਿੱਥੇ ਸੀ ਉਦੋਂ ਜਦੋਂ ਪੰਜਾਬ ਬਰਨ ਹੋ ਰਿਹਾ ਸੀ, ਜਦੋਂ ਨੌਜਵਾਨ ਲੋਕੀ ਮਰ ਰਹੇ ਸੀ? ਸੋ ਇਸ ਕਰਕੇ ਇਹ ਗੱਲਾਂ ਸਿਰਫ ਇੱਥੇ ਆ ਕੇ ਇਹ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ। ਸੋ ਮੈਂ ਸਮਝਦਾ ਕਿ ਲੋਕਾਂ ਨੂੰ ਜਿਵੇਂ ਪਿਛਲੀ ਵਾਰ ਵੀ 100 ਸੀਟਾਂ ਆ ਜਾਣਗੀਆਂ, 110 ਸੀਟਾਂ ਆ ਜਾਣਗੀਆਂ, 20 ਤੇ ਰਹਿ ਗਏ, ਅਤੇ ਐਤਕੀ ਇਹ 15 ਸੀਟਾਂ ਨਹੀਂ ਟੱਪ ਦੇਗੇ। ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਦਾ ਇੱਕ ਇੰਪ੍ਰੈਸ਼ਨ ਸਮੁੱਚੇ, ਮੈਨੂੰ ਇਹ ਦੱਸ ਦਿਓ ਕੋਈ ਇੱਕ NRI ਨੇ ਅੱਜ ਹਾਂ ਦੀ ਆਵਾਜ਼ ਉਠਾਈ ਇਹਨਾਂ ਵਾਸਤੇ? ਨਹੀਂ ਉਠਾਈ। ਪਿੰਡਾਂ ਵਿੱਚ ਵੀ ਠੀਕ ਹੈ ਧੜੇਬਾਜ਼ੀ ਕਰਕੇ ਵੋਟਾਂ ਪੈ ਜਾਂਦੀਆਂ, ਪਰ ਔਨ ਪਰਫਾਰਮੈਂਸ ਲੋਕਲ ਜਿਹੜੀ ਉੱਥੇ MLA ਹੈ। ਤੁਸੀਂ ਇਹ ਗੱਲ ਮੰਨਦੇ ਹੋ ਕਿ ਜਿਹੜੀ ਪਹਿਲਾਂ ਵੇਵ ਸੀਗੀ ਪਹਿਲਾਂ ਵਾਲੀ ਇਲੈਕਸ਼ਨ ਦੇ ਵਿੱਚ, ਇਸ ਵਾਰ ਉਹ ਵੇਵ ਨਹੀਂ ਹੈ ਆਮ ਆਦਮੀ ਪਾਰਟੀ ਦੀ? ਪਿਛਲੀ ਵਾਰ ਵੀ ਵੇਵ ਕੋਈ ਨਹੀਂ ਸੀ। 0 ਇਨ ਮਾਝਾ, 0 ਇਨ ਦੁਆਬਾ, ਸਮ ਪੌਕਟਸ ਇਨ ਮਾਲਵਾ, ਉਹੀ ਸੀ। ਕਿਹੜੀ ਵੇਵ ਹੁੰਦੀ ਹੈ ਉਹ ਜਿਹੜੀ ਇੱਕ ਪਾਸਿਓਂ ਸ਼ੁਰੂ ਹੋਵੇ ਅਤੇ ਸਾਰੇ ਪੰਜਾਬ 'ਚ ਚੱਲਦੀ ਹੋਵੇ। ਹੁਣ ਤਾਂ ਉਹ ਵੀ ਹੈ ਨਹੀਂ ਕਿ ਜਿਹੜੀ ਪਹਿਲਾਂ, ਕਿਉਂਕਿ ਹੁਣ ਦੇਖੋ ਲੋਕਾਂ ਨੂੰ ਵੈਸੇ ਵੀ ਚਾਅ ਹੁੰਦਾ ਹੈ ਕਈ ਵਾਰੀ ਨਵੀਂ ਚੀਜ਼ ਦੇਖਣ ਨੂੰ, ਅਤੇ ਪੰਜਾਬੀਆਂ ਦੀ ਇੱਕ ਫਿਦਰਤ ਹੈ ਕਿ ਨਵੀਂ ਚੀਜ਼ ਨੂੰ ਅਪਣਾਉਂਦੇ ਬਹੁਤ ਜਲਦੀ ਨੇ ਕਿ ਯੈਸ ਕਿ ਬਹੁਤ ਅੱਛੀ ਹੋ ਸਕਦੀ ਹੈ, ਪਰ ਜਦੋਂ ਦੇਖ ਲੈਂਦੇ ਨੇ ਸਿਆਣੇ ਵੀ ਬਹੁਤ ਨੇ ਤੇ ਉਦੋਂ ਸਾਬੋ ਦੇ ਲੋਕ ਇਹ ਕਹਿੰਦੇ ਨੇ ਸਰ ਕਿ ਅਸੀਂ ਜੇ ਬਲਜਿੰਦਰ ਕੌਰ ਨੂੰ ਵੋਟ ਪਾਵਾਂਗੇ ਤਾਂ ਭਗਵੰਤ ਮਾਨ ਕਰਕੇ ਪਾਵਾਂਗੇ। ਤੁਸੀਂ ਮੇਰੀ ਗੱਲ ਦਾ ਜਵਾਬ ਹੀ ਦੇਤਾ ਕਿ ਦੈਟ ਮੀਨਸ ਇਨਕੰਪੀਟੈਂਟ ਹੈ ਬਲਜਿੰਦਰ ਕੌਰ। ਜੇ ਕੋਈ ਇਹ ਕਹੇ ਕਿ ਜੀਤਵਿੰਦਰ ਤੇਰੇ ਕਾਰਨ ਵੋਟ ਨਹੀਂ ਪੈ ਰਹੀ ਤੇ ਕਿਸੇ ਹੋਰ ਲੀਡਰ ਕਾਰਨ ਤੈਨੂੰ ਵੋਟ ਪਾਈ ਜਾ ਰਹੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾ ਰਹੀ ਹੈ, ਦੈਟ ਸ਼ੋਜ਼ ਅਰ ਇਨਕੰਪੀਟੈਂਸ ਕਿ ਉਹ ਆਪਦੇ ਕੰਮ 'ਚੋਂ ਮਤਲਬ ਤੁਸੀਂ ਹੀ ਮੈਨੂੰ ਮੇਰੇ ਸਵਾਲ ਦਾ ਜਵਾਬ ਦੇਤਾ ਇਹ ਕਹਿ ਕੇ ਕਿ ਲੋਕੀ ਕਹਿੰਦੇ ਨੇ ਅਸੀਂ ਬਲਜਿੰਦਰ ਕੌਰ ਨੂੰ, ਲੋਕਾਂ ਦਾ ਕਹਿਣਾ ਹੈ, ਹਾਂ ਲੋਕਾਂ ਦਾ ਕਹਿਣਾ ਇਹ ਸੀ ਕਿ ਅਸੀਂ ਬਲਜਿੰਦਰ ਕੌਰ ਨੂੰ ਵੋਟ ਨਹੀਂ ਪਾ ਰਹੇ। ਸੋ ਬੜੀ ਸਪਸ਼ਟ ਗੱਲ ਹੈ ਕਿ ਸ਼ੀ ਹੈਜ਼ ਬੀਨ ਅ ਫੇਲੀਅਰ ਐਜ਼ ਅ MLA। ਸੋ ਮੈਂ ਸਮਝਦਾ ਕਿ ਲੋਕੀ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਕਿ ਸਰ ਤੁਸੀਂ ਅਕਾਲੀ ਦਲ ਦਾ ਕੀ ਫਿਊਚਰ ਦੇਖਦੇ ਹੋ, ਕਿਉਂਕਿ ਪਹਿਲਾ ਅਲਾਈਅੰਸ ਸੀਗਾ BJP ਦੇ ਨਾਲ, ਤਾਂ ਹੁਣ BSP ਦੇ ਨਾਲ ਅਲਾਈਅੰਸ ਹੈ। ਇੱਕ ਹੋਰ ਮੇਰਾ ਇਸੇ ਸਵਾਲ ਦੇ ਵਿੱਚੋਂ ਸਵਾਲ ਹੈ ਕਿ ਅਕਾਲੀ ਦਲ ਇੰਨੀ ਪੁਰਾਣੀ ਪਾਰਟੀ ਹੈ ਔਰ ਪੰਜਾਬ ਦੀ ਪਾਰਟੀ ਹੈ, ਮਤਲਬ ਐਸਟੈਬਲਿਸ਼ਡ ਪਾਰਟੀ ਹੈ ਪੰਜਾਬ ਦੀ, ਪਰ ਹਰ ਵਾਰੀ ਕਿਉਂ ਅਲਾਈਅੰਸ ਕਰਕੇ ਹੀ ਇਲੈਕਸ਼ਨ ਜਿਹੜੀ ਹੈਗਾ ਅਕਾਲੀ ਦਲ ਨੂੰ ਲੜਨੀ ਪੈਂਦੀ ਹੈ? ਅਕਾਲੀ ਦਲ ਇੰਡੀਪੈਂਡੈਂਟਲੀ ਇਲੈਕਸ਼ਨ ਕਿਉਂ ਨਹੀਂ ਆਪਣੇ ਚੋਣ ਨਿਸ਼ਾਨ ਤੇ ਲੜ ਸਕਦੇ? ਸੋ ਮੈਂ ਸਮਝਦਾ ਕਿ ਇਹ ਬਹੁਤ ਅੱਛਾ ਕਦਮ ਹੈ ਜਿਹੜਾ ਅਲਾਈਅੰਸ ਹੋ ਕੇ ਲੜਿਆ ਜਾਂਦਾ ਹੈ। ਇਹ ਵੋਟਾਂ ਕਰਨ ਅਲਾਈਅੰਸ ਨਹੀਂ ਹੁੰਦਾ, ਇਹ ਸੋਸ਼ਲ ਇੰਜੀਨੀਅਰਿੰਗ
प्लस जो समाज की एक बनतर है जिमें किसान ते मजदूर हो गया, ठीक है। सो BSP नाल जिहड़ा गठजोड़ है मैं समझदा बहुत अच्छा गठजोड़ है। ये ਜ਼ਮੀਨ ਨਾਲ जुड़िया गठजोड़ है क्योंकि ਅਸੀਂ ਪਹਿਲਾਂ ਵੀ 1996 ਦੇ ਵਿੱਚ BSP ਦੇ ਨਾਲ ਪਾਰਲੀਮੈਂਟ ਇਲੈਕਸ਼ਨ ਲੜਿਆ ਸੀ। ਉਦੋਂ 13 ਚੋਂ 11 ਸੀਟਾਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਜਿੱਤਿਆ ਸੀ। ਸੋ ਇਹ ਬਹੁਤ ਅੱਛਾ ਅਲਾਈਅੰਸ ਹੈ ਜਿਹੜਾ ਕਿ ਮੈਂ ਸਮਝਦਾ ਅਕਾਲੀ ਦਲ ਨੂੰ ਵੀ ਤੇ BSP ਨੂੰ ਵੀ ਦੋਨੋਂ ਪਾਸੇ ਫਾਇਦਾ ਹੋਏਗਾ ਕਿਉਂਕਿ ਇਕੱਠੇ ਹੋ ਕੇ ਜਦੋਂ ਅਸੀਂ ਇਹ ਲੜਦੇ ਆ ਸੋ ਉਹਦੇ ਨਾਲ ਡੈਫੀਨੇਟਲੀ ਸਾਨੂੰ ਸਟਰੈਂਥ ਮਿਲਦੀ ਹੈ ਤੇ ਤਾਕਤ ਮਿਲਦੀ ਹੈ। ਸੋ ਇਸ ਵਾਰ ਸਰਕਾਰ ਆ ਰਹੀ ਹੈ ਫਿਰ ਤੁਹਾਡੀ 100% ਸਰਕਾਰ ਬਣੇਗੀ। ਲੋਕਾਂ ਦਾ ਮਨ ਬਣ ਚੁੱਕਿਆ ਕਿਉਂਕਿ ਲੋਕਾਂ ਨੇ ਕਾਂਗਰਸ ਦਾ ਝੂਠ 2017 ਵਿੱਚ ਜੋ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਪੂਰਾ ਨਹੀਂ ਹੋਇਆ। ਆਮ ਆਦਮੀ ਪਾਰਟੀ ਦਾ ਗੱਪ ਜਿਹੜਾ ਹੈ ਉਹ ਦਿੱਲੀ ਤੋਂ ਚੱਲਦਾ ਇੱਥੇ ਆਉਂਦਾ ਆਉਂਦਾ ਵੱਡਾ ਹੋ ਜਾਂਦਾ, ਵਾਪਸ ਜਾਂਦਾ ਜਾਂਦਾ ਖਤਮ ਹੋ ਜਾਂਦਾ। ਸੋ ਹਿੱਟ ਐਂਡ ਟ੍ਰਾਇਲ ਮੈਥਡ ਨਾਲ ਆਮ ਆਦਮੀ ਪਾਰਟੀ ਇੱਥੇ ਪੋਲੀਟਿਕਸ ਕਰਨਾ ਚਾਹੁੰਦੀ ਹੈ, ਪੰਜਾਬੀਆਂ ਨੂੰ ਬੁੱਧੂ ਬਣਾਉਣਾ ਚਾਹੁੰਦੀ ਹੈ। ਇੱਕ ਵਾਰ ਜ਼ਰੂਰ ਕਿਤੇ ਥੋੜ੍ਹੇ ਮੋਟੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਸੀ ਭੁਲੇਖੇ 'ਚ, ਕੀ ਪਤਾ ਨਹੀਂ ਇਨਕਲਾਬ ਆ ਜਾਊਗਾ ਜਾਂ ਬਦਲਾਅ ਆ ਜਾਊਗਾ। ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਲੋਕ ਨਾ ਹੀ ਇਨਕਲਾਬ ਲਿਆ ਸਕਦੇ ਨੇ। ਇਨਕਲਾਬ ਲਿਆਉਣ ਵਾਲੇ ਬੰਦੇ ਸ਼ਹੀਦ ਭਗਤ ਸਿੰਘ ਵਰਗੇ ਸਨ ਜਿਨ੍ਹਾਂ ਨੇ ਆਪਦਾ ਖੂਨ ਡੋਲਿਆ ਇਨਕਲਾਬ ਲਿਆਉਣ ਵਾਸਤੇ। ਇਕੱਲੇ ਨਾਅਰੇ ਲਾ ਕੇ ਤੇ ਰਿਫਾਈਨਰੀ 'ਚੋਂ ਪੈਸੇ ਲੁੱਟਣ ਨਾਲ ਇਨਕਲਾਬ ਨਹੀਂ ਆਉਂਦਾ। ਸੋ ਮੇਰਾ ਖਿਆਲ ਹੈ ਕਿ ਬਹੁਤ ਅੱਛੀ ਪੋਜੀਸ਼ਨ ਹੈ। ਇਕੱਲੇ ਹਲਕਾ ਤਲਵੰਡੀ ਸਾਬੋ 'ਚ ਨਹੀਂ, ਮਾਲਵੇ 'ਚ, ਦੁਆਬੇ 'ਚ ਤੇ ਮਾਝੇ 'ਚ ਤੇ ਬਹੁਤ ਅੱਛੀ ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਸਰਕਾਰ ਬਣਾਏਗੀ। ਸਰ ਤੁਹਾਡਾ ਅਲਾਈਅੰਸ ਜਿਹੜਾ ਹੈ BJP ਦੇ ਨਾਲ ਟੁੱਟ ਚੁੱਕਾ ਹੈ। ਜੇਕਰ ਤੁਹਾਡੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਤਾਂ ਜਿਹੜੇ ਵਾਅਦੇ ਸੁਖਬੀਰ ਸਾਹਿਬ ਨੇ ਕੀਤੇ ਨੇ ਉਹ ਕਿਸ ਤਰ੍ਹਾਂ ਪੂਰੇ ਹੋਣਗੇ ਕਿਉਂਕਿ ਸਰਕਾਰ ਸੈਂਟਰ ਦੇ ਨਾਲ ਤਾਂ ਹੁਣ ਬਣਦੀ ਨਹੀਂ ਹੈ ਔਰ ਪਹਿਲਾਂ ਹੀ ਕਿੰਨਾ ਕਰਜ਼ਾ ਹੈਗਾ ਪੰਜਾਬ ਦੇ ਸਿਰ ਤੇ। ਜਿਸ ਤਰ੍ਹਾਂ ਬੱਚਿਆਂ ਨੂੰ ਸਟੂਡੈਂਟਸ ਨੂੰ ਲੋਨ ਦੇਣਾ ਬਾਹਰ ਪੜ੍ਹਨ ਵਾਸਤੇ ਜਾਂ ਕਿਤੇ ਵੀ ਉਹ ਪੜ੍ਹਨ ਦੇ ਲਈ ਜਾ ਸਕਦੇ ਨੇ ਤਾਂ ਉਹਨਾਂ ਦੇ ਉੱਪਰ ਕਾਫੀ ਖਰਚਾ ਚਾਹੀਦਾ ਬਿਕੋਜ਼ ਅੱਜ ਦੇ ਦਿਨ ਦੇ ਵਿੱਚ ਆਈ ਥਿੰਕ ਕਿ ਈਚ ਐਂਡ ਐਵਰੀ ਯੰਗਸਟਰ ਵਾਂਟਸ ਟੂ ਗੋ ਟੂ ਫੋਰਨ ਕੰਟਰੀਜ਼ ਕਿਉਂਕਿ ਉਹਨਾਂ ਦਾ ਇੱਥੇ ਬ੍ਰਾਈਟ ਫਿਊਚਰ ਨਹੀਂ ਹੈ ਯੰਗਸਟਰਸ ਦੇ ਕਹਿਣ ਦੇ ਹਿਸਾਬ ਨਾਲ। ਤੇ ਜੇ ਉਹਨਾਂ ਨੂੰ ਇਹ ਆਪਸ਼ਨ ਮਿਲਦੀ ਹੈ ਤਾਂ ਮੈਨੂੰ ਲੱਗਦਾ ਬਹੁਤ ਬੱਚੇ ਬਾਹਰ ਜਾਣਾ ਚਾਹਣਗੇ ਸਰਕਾਰ ਤੋਂ ਲੋਨ ਲੈ ਕੇ। ਤਾਂ ਇਹ ਸਾਰਾ ਕੁਝ ਕਿੱਦਾਂ ਮੈਨੇਜ ਕਰੋਗੇ ਕਿਉਂਕਿ ਸੈਂਟਰ ਦੇ ਨਾਲ ਤਾਂ ਹੁਣ ਤੁਹਾਡੀ ਬਣਦੀ ਨਹੀਂ। ਜੇ ਤੁਸੀਂ 13 ਪੁਆਇੰਟਸ ਦੇਖੋ ਜਿਹੜੇ ਵਾਅਦੇ ਕੀਤੇ ਨੇ ਸੁਖਬੀਰ ਸਿੰਘ ਜੀ ਬਾਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਚੋਂ ਕੋਈ ਵੀ ਇਹੋ ਜਿਹਾ ਵਾਅਦਾ ਨਹੀਂ ਜਿਹੜਾ ਸੈਂਟਰ ਨਾਲ ਜ਼ਿਆਦਾ ਰਿਲੇਟਡ ਹੋਵੇ। ਰਿਸੋਰਸਿਸ ਪੰਜਾਬ ਦੇ ਹੈ, ਬੱਚੇ ਪੰਜਾਬ ਦੇ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਬੱਚਾ ਪੰਜਾਬ 'ਚ ਰਹਿ ਕੇ ਇੱਥੇ ਜੌਬ ਕਰ ਸਕਦਾ ਤੇ ਖਾਸ ਕਰਕੇ ਜਿਹੜੇ ਵੱਡੇ ਅਦਾਰੇ ਨੇ ਗੌਰਮੈਂਟ ਦੇ ਨਹੀਂ ਜਿਹੜੇ ਫੈਕਟਰੀਆਂ ਨੇ ਵੱਡੇ ਯੂਨਿਟਸ ਨੇ ਜਿਵੇਂ ਸਾਡੇ ਰਿਫਾਈਨਰੀ ਲੱਗੀ ਹੋਈ ਹੈ, ਥਰਮਲ ਪਲਾਂਟ ਹੈ, ਹੁਣ ਇੱਕ ਕੈਲੇ ਬਾਦਰ ਨਸੀਬਪੁਰੇ ਇੱਕ ਬਹੁਤ ਐਥਨੋਲ ਦਾ ਪ੍ਰੋਜੈਕਟ ਲੱਗ ਰਿਹਾ ਉੱਥੇ 75% ਜਿਹੜੀਆਂ ਜੌਬਸ ਨੇ ਉਹ ਲੋਕਲ ਜਿਹੜੇ ਯੂਥ ਨੇ ਉਹਨਾਂ ਵਾਸਤੇ ਰਿਜ਼ਰਵ ਹੋਣੀਆਂ ਚਾਹੀਦੀਆਂ। ਇੱਕ ਕਾਨੂੰਨ ਬਣਨਾ ਚਾਹੀਦਾ ਉਸ ਚੀਜ਼ ਦਾ ਤਾਂ ਕਿ ਉਹ ਜਿਹੜੇ ਬੱਚੇ ਪੜ੍ਹ ਲਿਖ ਕੇ ਯੋਗਤਾ ਦੇ ਮੁਤਾਬਕ, ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਕੈਮੀਕਲ ਇੰਜੀਨੀਅਰ ਹੈ ਉਹ 12ਵੀਂ ਪਾਸ ਨੂੰ ਐਜ਼ ਕੈਮੀਕਲ ਇੰਜੀਨੀਅਰ ਦੀ ਪੋਸਟ ਦੇ ਦਿਓ, ਨਹੀਂ, ਜਿਹਨੂੰ ਜੋ ਯੋਗਤਾ ਹੈ ਜਿੰਨੀ ਉਹਦੀ ਪੜ੍ਹਾਈ ਹੈ ਉਹਦੇ ਮੁਤਾਬਕ ਉਹ ਨੌਕਰੀ ਪਹਿਲਾਂ ਲੋਕਲਸ ਨੂੰ ਦਿੱਤੀ ਜਾਵੇ। ਉਸ ਤੋਂ ਬਾਅਦ ਜੇ ਉਹ ਜਿਹੜੀਆਂ ਰਹਿ ਗਈਆਂ ਉਹ ਜਿੱਥੇ ਮਰਜ਼ੀ ਉਹ ਜਿਵੇਂ ਮਰਜ਼ੀ ਉਹ ਪੋਸਟਾਂ ਨੂੰ ਭਰਨ। ਸੋ ਇਹ ਬਹੁਤ ਵੱਡੀ ਗੱਲ ਹੈ, ਕੋਈ ਸਟੈਪ ਚੱਕਣਾ ਪਏਗਾ। ਮਤਲਬ ਤੁਹਾਡੀ ਸਰਕਾਰ ਵੀ ਇਹੀ ਸੋਚ ਰਹੀ ਹੈ ਜਾਂ ਕਹਿ ਰਹੀ ਹੈ ਕਿ ਪ੍ਰਾਈਵੇਟ ਜੌਬਸ ਨੂੰ ਪ੍ਰਾਇੋਰਟੀ ਦੇ ਰਹੀ ਹੈ ਜਿਸ ਤਰ੍ਹਾਂ ਕਾਂਗਰਸ ਨੇ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਜੌਬਸ ਦੇਵਾਂਗੇ ਪਰ ਉਸ ਤੋਂ ਬਾਅਦ ਸਵੀਗੀ ਤੇ ਜ਼ੋਮੈਟੋ ਤੇ ਆ ਗਏ ਸੀ ਜਿਹੜੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਸੀ 5-5 8-8 ਹਜ਼ਾਰ ਤੋਂ ਵੱਧ ਜੌਬਸ ਨਹੀਂ ਸੀ ਮਿਲ ਰਹੀਆਂ ਬੱਚਿਆਂ ਨੂੰ। ਦੇयर इज़ अ डिफरेंस। ਮੈਂ ਇਹ ਨਹੀਂ ਕਿ ਪ੍ਰਾਇੋਰਟੀ ਦਿੱਤੀ ਜਾਏਗੀ, ਮੈਂ ਆਪਦੇ ਹਲਕੇ ਦੀ ਗੱਲ ਕੀਤੀ ਹੈ। ਜੌਬਸ ਜਿਹੜੀਆਂ ਸਰਕਾਰੀ ਨੇ ਉਹ ਉਹਦੇ ਮੁਤਾਬਕ ਦਿੱਤੀਆਂ ਜਾਣਗੀਆਂ ਤੇ ਸਰਕਾਰੀ ਜੌਬਸ ਜਿਹੜੀਆਂ ਹੁੰਦੀਆਂ ਹਮੇਸ਼ਾ ਹੀ ਲਿਮਿਟਡ ਹੁੰਦੀਆਂ ਪਰ ਜਿਹੜੀਆਂ ਜੌਬਸ ਅਦਰ ਦੈਨ ਗਵਰਨਮੈਂਟ ਜੌਬਸ ਨੇ ਉਹਨਾਂ ਨੂੰ ਹੁਣ ਤਾਂ ਓਪਨ ਹੈ। ਜਿਹੜੇ ਕਾਂਗਰਸ ਨੇ ਇਹ ਮੇਲੇ ਲਾਏ ਇਹ ਤਾਂ ਕੋਈ ਮੇਲੇ ਹੀ ਨਹੀਂ ਸੀ, ਇਹ ਤਾਂ ਹਰ ਇੰਜੀਨੀਅਰਿੰਗ ਕਾਲਜ ਹਰ ਪ੍ਰੋਫੈਸ਼ਨਲ ਕਾਲਜ ਹਰ ਸਾਲ ਇੰਡਸਟਰੀ ਨੂੰ ਇਨਵਾਈਟ ਕਰਦਾ। ਕਿਸੇ ਵੀ ਕਾਲਜ 'ਚ ਚਲੇ ਜਾਇਓ ਤੁਸੀਂ 2 ਜਾਂ 3 ਵਾਰ ਸਾਲ ਦੇ ਵਿੱਚ ਕੈਂਪਸ ਇੰਟਰਵਿਊਜ਼ ਹੁੰਦੀਆਂ। ਮੈਂ ਇੰਜੀਨੀਅਰ ਹਾਂ ਤੇ ਸਾਡੇ ਕਾਲਜ 'ਚ ਜਦੋਂ ਅਸੀਂ ਫਾਈਨਲ ਈਅਰ 'ਚ ਸੀਗੇ ਸਾਡੇ ਕਾਲਜ 'ਚ 10-15 ਹਰ ਦੂਜੇ ਤੀਜੇ ਮਹੀਨੇ ਕੰਪਨੀਜ਼ ਆਉਂਦੀਆਂ ਸੀ। ਦੇ ਟੂ ਟੇਕ ਹਰ ਇੰਟਰਵਿਊਜ਼, ਸਾਡੇ ਰਿਜ਼ਿਊਮ ਲੈ ਕੇ ਉਹਨਾਂ ਨੂੰ ਜੇ ਪਸੰਦ ਆਉਂਦੇ ਸੀ ਉਹ ਸਾਨੂੰ ਅਪਾਇੰਟਮੈਂਟ ਲੈਟਰ
with the assurance कि तुसी इन्ने मार्क्स लैके पास होके आओगे, then a final interview and then they used to give the job। वो तो this is a ongoing process। ये कांग्रेस ने कोई घर घर नौकरी वाला कल इन्होंने ट्विस्ट करती टू से कि ਜਿਹੜੇ ਪ੍ਰੋਫੈਸ਼ਨਲੀ ਆਲਰੇਡੀ ਇਹ ਕੈਂਪਸ ਇੰਟਰਵਿਊਜ਼ ਚੱਲਦੀਆਂ ਨੇ ਉਹਨਾਂ ਨੂੰ ਆਪ ਅਪਣਾ ਲਿਆ। ਬਟ ਆਈ ਐਮ ਸੇਇੰਗ ਇਜ਼ ਕਿ ਜਿਹੜੀਆਂ ਇੱਥੇ ਫੈਕਟਰੀਆਂ 'ਚ ਪੋਸਟਾਂ ਨੇ ਉਹ ਲੋਕਲ ਯੂਥ ਨੂੰ ਮਿਲਣੀਆਂ ਚਾਹੀਦੀਆਂ ਨੇ ਐਜ਼ ਪਰ देयर ਐਜੂਕੇਸ਼ਨਲ ਕੁਆਲੀਫਿਕੇਸ਼ਨ। ਦੇयर इज़ अ डिफरेंस ਆਫ ਕੈਂਪਸ ਇੰਟਰਵਿਊਜ਼ ਤੇ ਜੋ ਮੈਂ ਕਹਿ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਬਹੁਤ ਅੱਛਾ ਸਟੈਪ ਹੋਏਗਾ ਤੇ ਲੋਕਾਂ ਨੂੰ ਬੱਚਿਆਂ ਨੂੰ ਬਾਹਰ ਜਾਣ ਤੋਂ ਮੇਰਾ ਆਪਣਾ ਪਰਸਨਲ ਵਿਊ ਹੈ ਰੋਕਣਾ ਚਾਹੀਦਾ ਹੈ। ਪੰਜਾਬ ਆਪਣਾ ਹੈ, ਪੰਜਾਬ ਆਪਣਾ ਹੈ। ਜਿੰਨੀਆਂ ਵੀ ਓਪਰਚੁਨਿਟੀਜ਼ ਇੱਥੇ ਹੋ ਸਕਦੀਆਂ ਬੱਚਿਆਂ ਨੂੰ ਦੇਣ ਵਾਸਤੇ ਉਹ ਗਵਰਨਮੈਂਟ ਨੂੰ ਕ੍ਰੀਏਟ ਕਰਨੀਆਂ। ਕੋਈ ਗਵਰਨਮੈਂਟ ਨੂੰ ਇਹ ਸਟੈਪ ਲੈਣਾ ਪਏਗਾ। ਇਨਫਰਾਸਟ੍ਰਕਚਰ 'ਚ ਬੱਚਿਆਂ ਨੂੰ ਲਾਣਾ ਪਏਗਾ। ਕੋਈ ਇਹੋ ਜਿਹੀਆਂ ਸ਼ਾਰਟ ਕੋਰਸਿਸ, ਸਕਿੱਲ ਡਿਵੈਲਪਮੈਂਟਸ, ਬਹੁਤ ਜ਼ਿਆਦੀਆਂ ਸਕੀਮਸ ਨੇ ਜਿਹੜੀਆਂ ਕਿ ਰੋਲ ਡਾਊਨ ਗਰਾਊਂਡ ਲੈਵਲ 'ਤੇ ਨਹੀਂ ਹੋ ਰਹੀਆਂ। ਉਹ ਗਵਰਨਮੈਂਟਸ ਨੂੰ ਕਰਨੀਆਂ ਪੈਣਗੀਆਂ ਤੇ ਮੈਨੂੰ ਪੂਰਨ ਉਮੀਦ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਵੀ ਵਿਲ ਡੂ ਆਰ ਬੈਸਟ ਕਿ ਉਹ ਲੈ ਕੇ ਆਈਏ ਅਸੀਂ। ਸਰ ਤੁਸੀਂ ਫਰਸਟ ਟਾਈਮ 2002 ਦੇ ਵਿੱਚ ਐਮਐਲਏ ਬਣੇ ਸੀਗੇ ਔਰ ਬਹੁਤ ਯੰਗ ਏਜ ਦੇ ਵਿੱਚ ਬਣੇ ਸੀਗੇ। 2002 ਤੋਂ ਲੈ ਕੇ ਹੁਣ 2022 ਦੇ ਵਿੱਚ ਤੁਸੀਂ ਸਿਆਸਤ ਨੂੰ ਕਿਵੇਂ ਬਦਲਦਾ ਦੇਖਦੇ ਹੋ? ਦੇਖੋ ਸਿਆਸਤ ਤਾਂ ਮਿੰਟ 'ਚ ਬਦਲਦੀ ਹੈ ਜੀ ਅੱਜ ਕੱਲ੍ਹ, ਕਿਉਂਕਿ ਲੋਕਾਂ ਨੂੰ ਨਾ ਇੱਕ ਇੰਸਟੈਂਟ ਰਿਜ਼ਲਟ ਲੈਣ ਦਾ ਜਿਹੜਾ ਮਨ ਬਣ ਗਿਆ ਨਾ ਕਿ ਅੱਜ ਜੋ ਮੈਂ ਕਹਿਤਾ ਤੁਰਤ ਜਿਹੜਾ ਰਿਜ਼ਲਟ ਹੈ ਨਾ ਉਹ ਮਿਲ ਜੇ, ਵਿਚ ਇਜ਼ ਨੋਟ ਪ੍ਰੈਕਟੀਕਲੀ ਵਿਚ ਇਜ਼ ਨੋਟ ਪੋਸੀਬਲ। ਪਰ ਮੈਂ ਇਹ ਸੋਚਦਾ ਕਿ ਗਰੋਥ ਜਿਹੜੀ ਹੈ ਉਹ ਪੋਲੀਟਿਕਸ 'ਚ ਹੋਈ ਹੈ। ਲੋਕੀ ਸਮਝਦਾਰ ਹੋਏ ਨੇ, ਵੋਟਰ ਸਮਝਦਾਰ ਹੋਇਆ। ਜਿਵੇਂ ਪਹਿਲਾਂ ਹੁੰਦਾ ਸੀ ਕਿ ਬਈ ਪਿੰਡ 'ਚ ਗਏ ਜਾਂ ਕਿਤੇ ਹੋਰ ਗਏ, ਦੋ ਬੰਦਿਆਂ ਨੂੰ ਮਿਲੇ, ਬੋਲ ਗਏ ਤੇ ਵੋਟਾਂ ਪੈ ਜਾਂਦੇ ਸੀ। ਹੁਣ ਇੱਕ ਪਰਸਨਲ ਕੰਟੈਕਟ ਜਿਹੜਾ ਹੈ ਨਾ ਉਹ ਬਹੁਤ ਵੱਧ ਗਿਆ। ਐਵਰੀਬਡੀ ਵਾਂਟਸ। ਸਵਾਲ ਤਾਂ ਕਰਨੇ ਚਾਹੀਦੇ ਨੇ। ਦੇਖੋ ਇਟ ਇਜ਼ ਗੁੱਡ। ਤੁਸੀਂ ਜਾ ਰਹੇ ਹੋ ਕੈਂਪੇਨਿੰਗ ਤੇ ਤੁਹਾਨੂੰ ਸਵਾਲ ਕਰਦੇ ਲੋਕ? ਨਾ ਮੈਨੂੰ ਨਹੀਂ ਕਰਦੇ ਜੀ ਸਵਾਲ। ਕਿਉਂਕਿ ਮੇਰੇ ਥੈਂਕਫੁਲੀ ਵਿਦ ਦੀ ਗ੍ਰੇਸ ਆਫ ਗੋਡ ਮੇਰੇ ਉਲਟ ਕੁਛ ਕਹਿਣ ਨੂੰ ਹੀ ਹੈ ਨਹੀਂਗਾ। ਆਈ ਹੈਵ ਸਰਵਡ ਦਿਸ ਕੌਂਸਟੀਟੂਐਂਸੀ ਫॉर ਓਵਰ 25 ਈਅਰਸ ਤੇ ਮੈਂ ਇੰਨੀ ਗੱਲ ਕਹਿ ਸਕਦਾ ਕਿ ਮੇਰੇ ਉਲਟ ਉਂਗਲ ਨਹੀਂ ਕੋਈ ਚੱਕ ਸਕਦਾ ਕਰਪਸ਼ਨ ਦੀ, ਜਾਂ ਕੋਈ ਮੈਂ ਕਿਸੇ ਨਾਲ ਧੱਕਾ ਕੀਤਾ ਹੋਵੇ, ਜਾਂ ਕੋਈ ਮੈਂ ਕਿਸੇ ਦੇ ਕੋਈ ਜ਼ਮੀਨਾਂ ਕਬਜ਼ੇ ਕਰਾਏ ਹੋਣ, ਝੂਠੀ FIR ਕਰਾਏ ਹੋਣ। ਥੈਂਕ ਗੋਡ ਮੈਂ ਇਸ ਚੀਜ਼ ਤੋਂ ਉੱਤੇ ਉੱਠ ਕੇ ਪੋਲੀਟਿਕਸ ਕੀਤੀ ਹੈ। ਲੋਕਾਂ ਦੇ ਕੰਮ ਕੀਤੇ ਨੇ, ਹਲਕੇ ਦੀ ਡਿਵੈਲਪਮੈਂਟ ਕੀਤੀ ਹੈ, ਕਿਸੇ ਨੂੰ ਪਰੇਸ਼ਾਨ ਤੰਗ ਨਹੀਂ ਕੀਤਾ। ਇਸ ਕਰਕੇ ਮੈਂ ਸਮਝਦਾ ਮੈਂ ਇਕੱਲਾ ਇੰਨੇ ਕੈਂਡੀਡੇਟਸ 'ਚ ਉੱਥੇ ਕੈਂਡੀਡੇਟ ਹਾਂ ਜਿਹਦੇ ਉਲਟ ਅੱਜ ਕੋਈ ਸਵਾਲ ਨਹੀਂ ਉੱਠਿਆ ਤੇ ਲੋਕੀ ਤਾਂ ਹੀ ਮੈਨੂੰ ਅੱਜ ਪਿਆਰ ਕਰ ਰਹੇ ਨੇ ਤੇ ਮੇਰਾ ਸਾਥ ਦੇ ਰਹੇ ਨੇ। ਤੁਸੀਂ 4 ਵਾਰ ਐਮਐਲਏ ਰਹੇ ਪਰ ਕਦੇ ਮੰਤਰੀ ਨਹੀਂ ਬਣ ਸਕੇ। ਸੋਚਦੇ ਹੋ ਵੀ ਮੰਤਰੀ ਬਣਾਏ ਇਸ ਵਾਰ ਜੇ ਤੁਹਾਡੀ ਸਰਕਾਰ ਬਣਦੀ ਹੈ? ਕਦੇ ਸੋਚਦੇ ਹੋ ਵੀ ਮੈਂ 4 ਵਾਰੀ ਐਮਐਲਏ ਬਣਾਏ, ਮੈਜੋਰਿਟੀ ਟਾਈਮ ਦੇ ਵਿੱਚ ਮੈਂ ਰਿਹਾ ਐਮਐਲਏ ਲਗਾਤਾਰ, ਤੇ ਕਦੇ ਤੁਸੀਂ ਸੋਚਿਆ ਵੀ ਮੈਂ ਕਦੇ ਮੰਤਰੀ ਨਹੀਂ ਬਣਿਆ ਹੁਣ ਤੱਕ? ਨਹੀਂ, ਇਹ ਤੁਹਾਡੇ ਕੁਐਸਚਨ ਪੁੱਛਣ ਤੋਂ ਬਾਅਦ ਮੈਨੂੰ ਖਿਆਲ ਆ ਰਿਹਾ ਕਿ ਅੱਛਾ ਮੈਂ ਮੰਤਰੀ ਨਹੀਂ ਬਣਿਆ। ਨਹੀਂ ਤਾਂ ਮੈਂ ਤਾਂ ਜਿੱਦਣ ਮੈਂ ਪੋਲੀਟਿਕਸ 'ਚ ਆਇਆ ਸੀ ਉਦੋਂ ਮੈਂ ਇਹ ਸੋਚ ਕੇ ਨਹੀਂ ਆਇਆ ਸੀ ਕਿ ਮੈਂ ਐਮਐਲਏ ਬਣ ਕੇ ਮੰਤਰੀ ਬਣੂੰਗਾ। ਮੈਂ ਆਇਆ ਸੀ ਲੋਕਾਂ ਦੀ ਸੇਵਾ ਕਰਨ ਵਾਸਤੇ ਤੇ ਉਹ ਮੈਂ ਸੇਵਾ ਪਿਛਲੇ 25 ਸਾਲ ਕਰੀ ਜਾ ਰਿਹਾ। ਤੇ ਡੈਸਟੀਨੀ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਮੰਤਰੀ ਬਣ ਕੇ ਜ਼ਿਆਦਾ ਵਧੀਆ ਤਰ੍ਹਾਂ ਸੇਵਾ ਕੀਤੀ ਜਾ ਸਕਦੀ ਹੈ? ਐਮਐਲਏ ਤਾਂ ਇੱਕ ਦੇਖੋ ਹਲਕੇ ਤੱਕ ਸੀਮਿਤ ਰਹਿ ਜਾਂਦੇ। ਦੇਖੋ ਸਟੈਪਸ ਹੁੰਦੇ ਨੇ, ਰਿਸਪੌਂਸਿਬਿਲਿਟੀਜ਼ ਹੁੰਦੀਆਂ। ਬਟ ਡੂ ਯੂ ਵਿਸ਼ ਟੂ ਬਿਕਮ ਅ ਮਿਨਿਸਟਰ? Who doesn't wish to become whatever one wants to? There are always wishes, but wishes can't always be fulfilled. It is democracy. Party politics है कि ਜਿਹੜੀ ਪਾਰਟੀ ਪਾਵਰ ਚਾਹੁੰਦੀ ਹੈ ਉਹਦੇ ਹੀ ਰਿਸਪੌਂਸਿਬਿਲਿਟੀਜ਼ ਉਹੀ MLAs ਨੂੰ ਮਿਨਿਸਟਰ ਬਣਾਉਣ ਦਾ ਮੌਕਾ ਮਿਲਦਾ ਹੈ। ਸੋ ਇਹ ਤਾਂ ਜਰਨੀ ਹੈ, ਅੱਜ ਨਹੀਂ ਤਾਂ ਕੱਲ ਨਹੀਂ ਤਾਂ ਅਗਲੀ ਵਾਰ ਨਹੀਂ ਤਾਂ ਅਗਲੀ ਵਾਰ। ਪਰ ਜਿਹੜਾ ਮੁੱਖ ਮਕਸਦ ਹੈ ਉਹ ਹੈ ਲੋਕਾਂ ਦੀ ਸੇਵਾ ਕਰਨਾ। ਤੇ ਉਹ ਮੈਂ ਪਿਛਲੇ 5 ਸਾਲ ਵੀ ਨਾਟ ਬੀਇੰਗ ਐਨ MLA ਐਂਡ ਗਵਰਨਮੈਂਟ ਦਾ ਹਿੱਸਾ ਵੀ ਨਾ ਹੁੰਦਾ ਹੋਏ, ਪੰਜਾਬ ਸਰਕਾਰ 'ਚ ਆਪਣੀ ਸਰਕਾਰ ਨਾ ਵੀ ਸੀ, ਫਿਰ ਵੀ ਮੈਂ ਲੋਕਾਂ ਦੇ 5 ਸਾਲ ਪੂਰੀ ਸੇਵਾ ਕੀਤੀ ਹੈ, ਕੰਮ ਕੀਤੇ ਨੇ ਤੇ ਲੋਕੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ। ਸਿਆਸਤ 'ਚ ਆਪਣਾ ਗੁਰੂ ਕਿਸ ਨੂੰ ਮੰਨਦੇ ਹੋ? ਦੇਖੋ ਸਿਆਸਤ 'ਚ ਮੈਨੂੰ ਲਿਆਉਣ ਵਾਲੇ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ। ਜਦੋਂ ਪਹਿਲੀ ਵਾਰ ਤੁਸੀਂ ਇਲੈਕਸ਼ਨ ਲੜੀ ਸੀ ਉਦੋਂ ਤਾਂ ਇੰਡੀਪੈਂਡੈਂਟ ਲੜੀ ਸੀ। ਸਭ ਤੋਂ ਪਹਿਲਾਂ ਮੈਂ 1995 'ਚ ਆਪਦਾ ਸਿਆਸੀ ਜੀਵਨ ਹਲਕਾ ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ। ਮੈਨੂੰ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ
ਬਠਿੰਡੇ ਲੈ ਕੇ ਆਏ। ਤਲਵੰਡੀ ਸਾਬੋ ਮੈਨੂੰ ਸੇਵਾ ਕਰਨ ਦਾ ਉੱਥੋਂ ਉਦੋਂ ਤੋਂ ਮੌਕਾ ਮਿਲਿਆ। ਪਹਿਲਾ ਇਲੈਕਸ਼ਨ ਮੈਂ ਮਦਦ ਕੀਤੀ ਸੀ ਹਰਿੰਦਰ ਸਿੰਘ ਜੀ ਖਾਲਸਾ ਜਿਹੜੇ ਇੱਥੇ MP ਜਿੱਤ ਕੇ ਗਏ। ਉਸ ਤੋਂ ਬਾਅਦ ਫਿਰ ਹੌਲੀ ਕਰਕੇ ਮੈਂ ਅੱਜ ਇਹ ਪੂਰੀ ਜਿਹੜੀ ਜਰਨੀ ਹੈ 2022 ਤੱਕ ਮੈਂ ਪਹੁੰਚਿਆ। ਸੋ ਸਿਆਸਤ 'ਚ ਲਿਆਉਣ ਵਾਲੇ ਮੈਨੂੰ ਮੋਟੀਵੇਟ ਕਰਨ ਵਾਲੇ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਸੀ। ਤੁਹਾਡੀ ਲਾਸਟ ਕੁਐਸਚਨ ਹੈ ਮੇਰਾ ਸਰ, ਬਿਕੋਜ਼ ਯੂ ਹੈਵ ਟੂ ਗੋ। ਤੁਹਾਡੀ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਦਾ ਮੈਂ ਨਾਮ ਲਵਾਂਗੀ ਤੇ ਤੁਸੀਂ ਉਹਨਾਂ ਨੂੰ ਇੱਕ ਲਾਈਨ ਦੇ ਵਿੱਚ ਡਿਫਾਈਨ ਕਰਨਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਐਕਸਪੀਰੀਅੰਸ, ਸੁਖਬੀਰ ਸਿੰਘ ਬਾਦਲ, I would say go getter, ਹਰਸਿਮਰਤ ਕੌਰ ਬਾਦਲ, intelligent, ਜੀਤ ਮਹਿੰਦਰ ਸਿੰਘ ਸਿੱਧੂ। hard working। ਥੈਂਕ ਯੂ ਸੋ ਮਚ ਸਰ, ਵਿਸ਼ ਯੂ ਆਲ ਦਾ ਵੈਰੀ ਬੈਸਟ। ਸੋ ਇਹ ਸਾਡੇ ਨਾਲ ਜੀਤ ਮਹਿੰਦਰ ਸਿੰਘ ਸਿੱਧੂ ਸਨ ਜੋ ਕਿ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਨੇ ਤਲਵੰਡੀ ਸਾਬੋ ਤੋਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਨੂੰ ਲੈ ਕੇ ਤਲਵੰਡੀ ਸਾਬੋ ਦੇ ਲੋਕਾਂ ਦਾ ਕੀ ਫਰਮਾਨ ਹੈ।